जी दोस्तों, मैं हूं अमजद मलिक और आप देख रहे हैं हमारे YouTube चैनल पंजाब दी शान। अमर डोगर साहब नाल साडी मुलाकात जी और ਅਸੀਂ ਅੱਜ ਦਾ ਸਪੈਸ਼ਲ ਇਹਨਾਂ ਕੋਲ ਆਇਆ ਇਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ। ਇਹਨਾਂ ਨੇ ਜਾਨਵਰ ਬਹੁਤ ਅੱਛਾ ਸੇਲ ਕੀਤਾ ਹੈ ਔਰ ਦੂਸਰਾ ਮੈਂ ਕਿਹਾ ਚਲੋ ਜੀ ਇਸ ਟੌਪਿਕ ਤੇ ਗੁਫ਼ਤਗੂ ਕਰਦੇ ਹਾਂ। ਅਮਰ ਡੋਗਰ ਸਾਹਿਬ ਗੱਲ ਦੱਸੋ ਜੀ ਕਿ ਜਾਨਵਰ ਕਿਸ ਲੈਵਲ ਦਾ ਲੈਣਾ ਚਾਹੀਦਾ ਹੈ, ਇਸ ਤਰ੍ਹਾਂ ਡਿਟੇਲਿੰਗ ਆਪਣਾ ਐਕਸਪੀਰੀਅੰਸ। ਅਮਜਦ ਭਾਈ ਸਭ ਤੋਂ ਪਹਿਲੇ ਨੰਬਰ ਤੇ ਕਿ ਤੁਸੀਂ ਕੋਈ ਵੀ ਬਰੀਡ ਚੂਜ਼ ਕਰੋ, ਕੋਸ਼ਿਸ਼ ਕਰੋ ਆਪਣੀ ਮਕਾਮੀ ਬਰੀਡ ਚੂਜ਼ ਕਰੋ। ਅੱਛਾ, ਜਿਹਦੀ ਬਰੀਡ ਹਰ ਕਿਸਮ ਦੇ ਮੌਸਮ ਵਿੱਚ ਸਰਵਾਈਵ ਕਰ ਜਾਵੇ। ਇਹਦੇ 'ਚ ਅਗਰ ਮੈਂ ਫਸਟ ਪਿਓਰਿਟੀ ਦਵਾਂਗਾ, ਮੈਂ ਇਹਦੇ ਵਿੱਚ ਅੰਮ੍ਰਿਤਸਰੀ ਜਾਨਵਰ ਨੂੰ, ਸੈਕੰਡ ਪਿਓਰਿਟੀ ਇਹਦੀ ਮੱਖੀ ਚੀਨੇ ਨੂੰ, ਠੀਕ ਹੈ। ਥਰਡ ਪਿਓਰਿਟੀ ਕੋਈ ਇਹਨਾਂ ਦੇ ਵਿੱਚ ਕੋਈ ਅੰਮ੍ਰਿਤਸਰੀ ਦਾ ਤੇ ਮੱਖੀ ਚੀਨੇ ਦਾ ਕ੍ਰਾਸ ਹੋਵੇ ਉਹਨੂੰ, ਤੇ ਰਾਜਨਪੁਰੀ ਨੂੰ ਮੈਂ ਬਿਲਕੁਲ ਜ਼ੀਰੋ ਤੇ ਰੱਖਾਂ। ਰਾਜਨਪੁਰੀ ਜ਼ੀਰੋ, ਠੀਕ ਹੈ, ਠੀਕ ਹੈ। ਅੱਛਾ, ਇਹਦੇ ਵਿੱਚ ਅਮਜਦ ਭਾਈ ਇਹ ਹੈਗਾ ਕਿ ਜਿਹੜਾ ਤੁਹਾਡਾ ਮਕਾਮੀ ਜਾਨਵਰ ਹੈ ਨਾ, ਉਹ ਤੁਹਾਡੇ ਮੌਸਮ ਦੇ ਮੁਤਾਬਕ ਉਹ ਜਾਨਵਰ ਸਰਵਾਈਵ ਕਰ ਸਕਦਾ ਹੈ। ਅੱਛਾ, ਤੁਸੀਂ ਕੋਈ ਦੂਸਰੀ ਬਰੀਡ ਆਪਣੇ ਇੱਥੇ ਮੰਗਵਾਓਗੇ, ਇੱਕ ਤੇ ਉਹ ਉਸ ਇਲਾਕੇ ਦੀ ਬਿਮਾਰੀ ਲੈ ਕੇ ਆਏਗਾ ਤੁਹਾਡੇ ਕੋਲ। ਇਹ ਗੱਲ। ਦੂਸਰਾ ਉਹ ਜਿਹੜੇ ਜਾਨਵਰ ਰਾਜਨਪੁਰੀ ਨੇ ਜਾਂ ਜਿਹੜੇ ਦੂਸਰੇ ਤੀਸਰੇ ਜਾਨਵਰ ਨਬਲਕ ਸ਼ਬਲਕ ਜਿਹੜੇ ਨੇ, ਉਹ ਕੋਈ ਜਾਨਵਰ ਨਾ ਕੋਈ ਇੰਨੇ ਸਟਰੋਂਗ ਨਹੀਂ ਹੁੰਦੇ। ਅੱਛਾ, ਬਿਲਕੁਲ ਇਸ ਪੇ ਇਹਦੀ ਮੈਂ ਬਲਕਿ ਇਹਦਾ ਮੈਂ ਆਪਣਾ ਇੱਕ ਕੰਪੈਰੀਜ਼ਨ ਤੁਹਾਨੂੰ ਦੱਸ ਦਿੰਦਾ ਵਾਂ। ਇੱਕ ਸਾਲ ਇਸ ਤਰ੍ਹਾਂ ਹੋਇਆ ਕਿ ਮੇਰੇ ਦੋ ਬੱਕਰੇ ਬੰਦ ਹੋ ਗਏ। ਅੱਛਾ, ਯਾਨੀ ਕਿ ਮੇਰੇ ਬੰਦਿਆਂ ਦੀ ਕਿਉਂਕਿ ਹੱਥ ਭਰਾਈ ਤੇ ਸਾਨੂੰ ਖੁਰਾਕ ਦੀ ਜ਼ਿਆਦਤੀ ਦੇ ਦੋ ਬੱਕਰੇ ਮੇਰੇ ਬੰਦ ਹੋ ਗਏ। ਇੱਕ ਅੰਮ੍ਰਿਤਸਰੀ ਬੱਕਰਾ ਸੀ ਤੇ ਇੱਕ ਰਾਜਨਪੁਰੀ ਬੱਕਰਾ ਸੀ। ਅੱਛਾ, ਮੈਨੂੰ ਇਹਨਾਂ ਦੇ ਮੇਦੇ ਵਾਸ਼ ਕਰਵਾਉਣੇ ਪੈ ਗਏ। ਡਿਊਰਿੰਗ ਮੇਦਾ ਵਾਸ਼ ਰਾਜਨਪੁਰੀ ਬੱਕਰਾ ਤਕਲੀਰ ਹੋ ਗਿਆ। ਅੱਛਾ, ਅੰਮ੍ਰਿਤਸਰੀ ਬੱਕਰਾ ਉਹਦੇ ਨਾਲੋਂ ਬਹੁਤ ਜ਼ਿਆਦਾ ਵਜ਼ਨੀ ਸੀ ਤੇ ਉਹਦੇ ਨਾਲੋਂ ਜ਼ਿਆਦਾ ਸਵੇਰ ਕਿਸਮ ਦਾ ਬੰਦ ਹੋਇਆ ਸੀ। ਅੱਛਾ, ਉਹ ਬੱਕਰਾ 16 ਦਿਨ ਸਰਵਾਈਵ ਕਰਕੇ 17ਵੇਂ ਦਿਨ ਬੱਕਰਾ ਉਗਲ ਗਿਆ। ਅੱਛਾ, ਯਾਨੀ ਕਿ ਉਹ 16 ਦਿਨ ਉਹ ਬੱਕਰਾ ਲੜਦਾ ਰਿਹਾ, ਹਾਲਾਤਾਂ ਦੇ ਨਾਲ ਲੜਦਾ ਰਿਹਾ। 17ਵੇਂ ਦਿਨ ਜਾ ਕੇ ਬੱਕਰਾ ਅਲਹਮਦੁਲਿਲਾ ਹੋ ਗਿਆ ਤੇ ਰਾਜਨਪੁਰੀ ਬੱਕਰਾ 1 ਘੰਟਾ ਨਹੀਂ ਸੀ ਲੱਗਿਆ। ਅੱਛਾ, ਫਿਰ ਇਹ ਮੇਰੀਆਂ ਤਸਵੀਰਾਂ ਲੱਗੀਆਂ ਨੇ, ਸਭ ਤੋਂ ਉੱਪਰ ਇੱਕ ਬੱਕਰਾ ਲੱਗਾ ਰਾਜਨਪੁਰੀ ਤੇ ਨਜ਼ਰ ਆ ਵਾਈਟ ਵਾਲਾ। ਰਿਹਾ। ਹਾਂਜੀ, ਇਹ ਮੈਂ ਬੱਕਰਾ ਲਿਆ ਤੇ ਕੁਰਬਾਨੀ ਵਾਸਤੇ ਤਿਆਰੀ ਕਰਨ ਵਾਸਤੇ। ਅੱਛਾ, ਅਮਜਦ ਭਾਈ ਨੇ ਇਸ ਬੱਕਰੇ ਨੂੰ ਮੈਂ ਜਦੋਂ ਲਿਆ ਤੇ ਕੁਰਬਾਨੀ ਕਰਨ ਦਾ 10ਵੇਂ ਮਰਮਲ ਦੇ ਮੈਂ ਬੱਕਰਾ ਖਰੀਦਿਆ ਸੀ, ਸੌਰੀ 8ਵੇਂ ਮਰਮਲ ਤੇ। ਇਹ ਬੱਕਰੇ ਨੇ 1.25 ਕਿਲੋ ਤੋਂ ਵੱਧ ਖੁਰਾਕ ਨਹੀਂ ਲਈ। ਅੱਛਾ, ਜਦੋਂ ਇਹਨੂੰ 1.5 ਕਿਲੋ ਕੀਤੀ ਇਹਨੂੰ ਮੁਸ਼ਕ ਲੱਗ ਗਈ। ਯਾਨੀ ਕਿ ਪ੍ਰੋਪਰ ਇੱਕੋ ਖੁਰਾਕ ਤੇ ਚੱਲਦਾ ਰਿਹਾ ਵੇ। ਤੇ ਜਿਹੜੇ ਮੇਰੇ ਅੰਮ੍ਰਿਤਸਰੀ ਬੱਕਰੇ ਨੇ ਉਹਨਾਂ ਨੂੰ ਕਿੰਨੀ ਕਿੰਨੀ ਖੁਰਾਕ ਜਾਂਦੀ ਹੈ ਤੁਹਾਨੂੰ ਪਤਾ ਹੈ। 8-10 ਜਾਨਵਰ ਰੱਖਣ ਨਾਲ ਬਿਹਤਰ ਹੈ ਇੱਕ ਜਾਨਵਰ ਰੱਖੋ ਅੱਛੀ ਬਲੱਡ ਲਾਈਨ ਦਾ। ਠੀਕ ਹੈ, ਇਹਨਾਂ ਨੇ ਕਿਹਾ ਜੀ ਅਸੀਂ ਪ੍ਰਾਇੋਰਟੀ ਬੇਸ ਕਹਿੰਦੇ ਜੀ ਅੰਮ੍ਰਿਤਸਰੀ ਰੱਖੋ। ਅਸੀਂ ਕਹਾਂਗੇ ਜੀ ਸਭ ਤੋਂ ਪਹਿਲੇ ਮੱਖੀ ਚੀਨਾ। ਹਾਂਜੀ, ਠੀਕ ਹੈ, ਮੱਖੀ ਚੀਨਾ ਜਾਨਵਰ ਰੱਖੋ। ਦੂਜੇ ਨੰਬਰ ਤੇ ਤੁਸੀਂ ਜਨਾਬ ਆਲਾ ਅੰਮ੍ਰਿਤਸਰੀ। ਲੇਕਿਨ ਦੋਵੇਂ ਬਰੀਡਾਂ ਇਹਨਾਂ ਤੇ ਸ਼ੌਕ ਕਰੋ। ਕਦੀ ਅੰਮ੍ਰਿਤਸਰੀ ਦੇ ਬਰਾਬਰ ਦਾ ਕੋਈ ਮੱਖੀ ਜਿਹਨਾਂ ਬਹਾਣਾ ਹਾਂ ਮੈਨੂੰ, ਮੈਂ ਤੁਹਾਨੂੰ ਵੇਖਾਂਗਾ। ਅੱਛਾ, ਤੇ ਗੱਲ ਕਰ ਰਹੇ ਜੀ ਕਿ ਅੱਛਾ ਜਾਨਵਰ ਲਵੋ। ਠੀਕ ਹੈ, ਬਜਾਏ ਤੁਸੀਂ 7-8 ਜਾਨਵਰ 10 ਜਾਨਵਰ ਰੱਖੋ, ਉਹਨਾਂ ਨੂੰ ਵੀ ਤੁਸੀਂ ਖੁਰਾਕ ਪਾਣੀ ਟ੍ਰੀਟਮੈਂਟ ਇਹ ਉਹ ਦੇਖਭਾਲ, ਤੇ ਬਿਹਤਰ ਹੈ ਕਿ ਅੱਛਾ ਜਾਨਵਰ ਲਓ, ਇੱਕ ਜਾਨਵਰ ਲੈ ਲਓ। ਅੱਛਾ ਜਾਨਵਰ ਲੈਣਗੇ ਨਾ ਪਹਿਲੀ ਵਾਰੀ ਮਹਿੰਗਾ ਜ਼ਰੂਰ ਆਏ। ਹਾਂਜੀ, ਅਗਰ ਆਮ ਨਸਲ ਦਾ ਜਾਨਵਰ ਆਂਦਾ ਨਾ 50-60 ਹਜ਼ਾਰ ਰੁਪਏ, ਹਾਂਜੀ, ਇਹ 1.5-2 ਲੱਖ ਰੁਪਏ ਦਾ ਆਏਗਾ। ਠੀਕ ਹੈ, ਇਹਦੀ ਪੰਜਾਬੀ ਕਹਿੰਦੇ ਨੇ ਨਾ ਕਿ ਇਹਦੀ ਵੈਲਿਊ ਵੀ ਓਨੀ ਰੀਸੇਲ ਵੈਲਿਊ ਕਹਿ ਲਓ ਤੁਸੀਂ ਨਾ। ਹਾਂਜੀ, ਇਹਦੀ ਰੀਸੇਲ ਵੈਲਿਊ ਵੀ ਓਨੀ ਜ਼ਿਆਦਾ ਹੋਣੀ ਹੈ ਇਸ ਬੱਕਰੇ ਦੀ। ਹਾਂਜੀ, ਕੱਲ ਨੂੰ ਇਸ ਬੱਕਰੇ ਨੇ ਜਿਹੜੇ ਬੱਚੇ ਪ੍ਰੋਡਿਊਸ ਕਰਨੇ ਨੇ ਉਹ ਵੀ ਬੜੇ ਐਕਸਪੈਂਸਿਵ ਹੋਣਗੇ, ਅੱਛੀ ਨਸਲ ਦਾ। ਬਿਲਕੁਲ, ਖਾਣਾ ਇਹਨੇ ਵੀ ਹੋਣਾ ਹੈ, ਖਾਣਾ ਦੂਸਰੇ ਬੱਕਰੇ ਨੇ ਵੀ ਹੋਣਾ ਹੈ। ਹਾਂਜੀ, ਮੇਂਗਣਾ ਉਹਨੇ ਵੀ ਉਨੀਆਂ ਕਰਨੀਆਂ ਨੇ, ਮੇਂਗਣਾ ਇਹਨੇ ਵੀ ਉਨੀਆਂ ਕਰਨੀ, ਲੇਕਿਨ ਇਹਦੀ ਵੈਲਿਊ ਇੰਨੀ ਕੁ ਜ਼ਿਆਦਾ ਹੋਏਗੀ ਕਿ ਇੱਕ ਬੱਕਰਾ ਅਰਸ਼ ਤੇ ਖਲੋਤਾ ਹੋਏਗਾ, ਦੂਸਰਾ ਬੱਕਰਾ ਫਰਸ਼ ਤੇ ਖਲੋਤਾ ਹੋਏਗਾ। ਮੱਖੀ ਚੀਨੇ ਦੇ ਵਿੱਚ ਜਿਹੜਾ ਅੱਛੀ ਬਲੱਡ ਲਾਈਨ ਦਾ ਜਿਹੜਾ ਬੱਕਰਾ ਇਸ ਟਾਈਮ ਤੇ ਨਾ ਉਹਦੇ ਬੱਚੇ ਕਮ ਅਜ਼ ਕਮ 1-1 ਲੱਖ ਰੁਪਏ ਦੇ ਸੇਲ ਹੋ ਰਹੇ ਨੇ। ਅੱਛਾ ਜਾਨਵਰ ਖਰੀਦੋ, ਅੱਛਾ ਸ਼ੌਕ ਕਰੋ, ਤੇ ਮਿਲਦੇ ਆ ਜਨਾਬ ਨੈਕਸਟ ਸੂਰਤ ਵੀਡੀਓ ਨਾਲ, ਕਿਉਂਕਿ ਮੈਂ ਇਹ ਨਹੀਂ ਚਾਹਦਾ ਕਿ ਟੌਪਿਕ ਮੱਖੀ ਚੀਨੇ ਤੇ ਅੰਮ੍ਰਿਤਸਰੀ ਦਾ ਸ਼ੁਰੂ ਹੋ ਜਾਵੇ। ਇੱਥੇ ਟੌਪਿਕ ਨੂੰ ਅਸੀਂ ਕਲੋਜ਼ ਕਰਦੇ ਹਾਂ। ਬਿਹਤਰੀਨ ਬਰੀਡ ਜਨਾਬ ਤੁਸੀਂ ਮੱਖੀ ਚੀਨੇ ਨੂੰ ਚੁਆਇਸ ਕਰੋ। ਔਰ ਜਨਾਬ ਰੱਬ ਸੋਹਣੇ ਦੇ ਹਵਾਲੇ ਜੀ। ਅੱਲਾਹ।